ਜਿੰਨਾ ਚਿਰ ਆਨੰਦ ਸਰੂਪ ਤੋਂ ਮਨੁੱਖ ਭੁੱਲਿਆ ਕੋਈ ਵੀ ਹੈ, ਅਤੇ ਭੁੱਲੇ ਨੂੰ ਕੀ ਕਿਹਾ? ਇੱਕ ਤਾਂ ਟੇਕ ਆਂਦੇ, ਜੇ ਟੇਕ ਆਂਦੇ ਤੇ ਟੇਕਣ ਤਾਂ ਹੀ ਹੈ। ਕੁਛ ਸਰਵਣ ਵੀ ਕਰਦੇ ਆ, ਉਹ ਸਰਵਣ ਕਰਕੇ ਮੰਨਣ ਨਹੀਂ ਕਰਦੇ, ਨਿਧਿਆਸਨ ਨਹੀਂ ਕਰਦੇ, ਉਸ ਵਿਸ਼ੇ ਵਸਤੂ ਦੀ ਖੋਜ में नहीं लगते। ये ढिल है ਤਾਂ ਭੁੱਲੇ ਕਿਉਂ ਹੈ? ਗੁਰੂਆਂ ਨੇ ਆਖਿਆ ਜਿਹੜੀ ਤੁਹਾਡੀ ਭੁੱਲ ਦਾ ਕਾਰਨ ਤੁਹਾਨੂੰ ਬਤਾ ਦਿੰਨੇ, ਉਹ ਭੁੱਲ ਸੋਧਣੀ ਤੁਸੀਂ ਹੈ। ਅਖੇ ਕੀ ਅਖੇ ਭੁੱਲਿਓ ਮਨ ਮਾਇਆ ਔਰ ਜਾਇਆ। ਇਸ ਕਰਕੇ ਭੁੱਲ ਗਏ ਕਿ ਮਨ ਜਿਹੜਾ ਇਹ ਮਾਇਆ ਚ ਉਲਝਿਆ ਹੋਇਆ ਹੈ। ਭੁੱਲਿਓ ਮਨ ਮਾਇਆ ਔਰ ਜਾਇਓ, ਜੋ ਜੋ ਕਰਮ ਕੀਏ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਇਸ ਕਰਮ ਧਰਮ ਚ ਬਚ ਕੇ ਤੇ ਜਦੋਂ ਇਹ ਵਿਗਿਆਨ ਨਹੀਂ ਕਰਦੇ, ਇਹ ਪਹਿਚਾਣ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਤੋਂ ਵੇਖ ਕੇ ਖੁਸ਼ ਹੋ ਜਾਂਦੇ 2 ਮਿੰਟ ਚ ਤੇ ਅੱਖਾਂ ਮੀਚ ਲੈਂਦੇ ਆ। ਇਹ ਨਹੀਂ ਗਾ ਕਿ ਵੀ ਇਹਦਾ ਵਿਗਿਆਨ ਸੁਣੀਏ। ਅੱਛਾ, ਸਾਡੇ ਕੋਲ ਇੱਕ ਆਉਂਦੇ ਸੀ ਸੱਜਣ ਸੀ, ਉਹ ਬਹੁਤ ਪੜ੍ਹੇ ਲਿਖੇ ਸੀ ਔਰ ਪਦਾਂ ਤੇ ਵੀ ਸੀ, ਚੰਗੇ ਚੰਗੇ ਚੋਟੀ ਦੇ ਪਦਾਂ ਤੇ ਉਹ ਆ ਕਰਕੇ ਗੁਰਦੁਆਰੇ ਦੇ ਵਿੱਚ ਉਹ ਵਾਕ ਪੜ੍ਹਦੇ। ਭਾਈ ਜੀ ਵੀ ਇੱਥੋਂ ਤੋਂ ਇੱਕ ਸਹਿਮਤ ਹੈ ਕਿ ਬਾਣੀ ਚੋਂ ਪੱਤਰੇ ਚੱਕ ਕੇ ਰੁਮਾਲਾ ਚੱਕ ਕੇ ਪੜ੍ਹ ਲਿਆ ਤੇ ਕਾਲੇ ਬੋਰਡ ਤੇ ਉਹ ਅੱਖਰ ਲਿਖਤੇ, ਬਸ ਇਦੋਂ ਵੱਧ ਕੋਈ ਤਾਤ ਪਿਰਤ ਨਹੀਂ। ਲੋਕ ਵੀ ਉੱਥੋਂ ਮੱਥਾ ਟੇਕ ਕੇ ਪਹਿਲਾਂ ਗ੍ਰੰਥ ਸਾਹਿਬ ਨੂੰ ਤੇ ਫਿਰ ਕਾਲੇ ਬੋਰਡ ਦੇ ਵਿੱਚ ਲਿਖਤ ਨੂੰ ਉਹਨੂੰ ਵੀ ਐਂ ਕਰਕੇ ਮੁੜ ਗਏ। ਉਹ ਪੜ੍ਹੇ ਲਿਖੇ ਸੱਜਣ ਸੀ। ਉਹਨਾਂ ਪੜ੍ਹੇ ਲਿਖੇ ਸੱਜਣਾ ਨੇ ਆਖਿਆ ਵੀ ਮੈਨੂੰ ਬੁਲਾਇਆ ਵੀ ਮਾੜਾ ਜਿਹਾ ਆ ਦੱਸਿਓ ਵੀ ਇਹਦਾ ਕੀ ਮਤਲਬ ਹੈ। ਮੈਂ ਆਖਿਆ ਵੀ ਭਾਈ ਜੀ ਗੱਲ ਇਹ ਹੈ, ਤੁਸੀਂ ਹਰ ਰੋਜ਼ ਹੀ ਆਉਨੇ ਆ, ਮੈਂ ਵੀ ਤੁਹਾਨੂੰ ਪਛਾਣਦਾ ਦੇਖਦਾ, ਪਰ ਤੁਸੀਂ ਕੱਲ ਵੀ ਇਹ ਵਾਕ ਪੜਿਆ ਸੀ, ਇਸੇ ਬੋਰਡ ਤੇ ਲਿਖਿਆ। ਕੱਲ ਵਾਲੇ ਚੋਂ ਪਹਿਲਾਂ ਦੱਸੋ ਵੀ ਕੀ ਕੱਢਿਆ ਤੇ ਅੱਜ ਨਵੇਂ ਦੀ ਲੋੜ ਪਈ। ਤੇ ਉਹਨਾਂ ਨੇ ਵੀ ਹੱਥ ਜੋੜਤੇ ਵੀ ਸੱਚ ਤਾਂ ਇਹ ਹੈ ਕਿ ਅਸੀਂ ਇੰਨੇ ਜੋਗੇ ਹਾਂ, ਵਰਤੋ। ਮੈਂ ਕਿਹਾ ਇਹ ਤਾਂ ਅਨਪੜ੍ਹਾਂ ਦਾ ਹੈ ਤੇ ਪੜ੍ਹੇ ਲਿਖੇ ਤੁਸੀਂ ਵਿਗਿਆਨ ਕਰੋ। ਫਿਰ ਉਹਨਾਂ ਲੋਕਾਂ ਨੇ ਵਿਗਿਆਨ ਸ਼ੁਰੂ ਕੀਤਾ। वेदांत श्रवण करते सी, वेदांत का मनन करते सी, निध्यासन करते सी, तत् पदार्थ ते तुम पदार्थ का शोधन करते सी। ਉਹ ਜਿਹੜੇ ਸੀਗੇ ਉਹ ਜੀਵਨ ਮੁਕਤ ਹੋ ਕੇ ਉਹਨਾਂ ਦੇ ਸਰੀਰ ਛੱਡੇ। ਉਹਨਾਂ ਦੇ ਵਿੱਚੋਂ ਕੌਣ ਕੌਣ ਸੀ? ਸਾਰੇ ਮਾਸਟਰ ਦਰਜੇ ਦੇ, ਕੋਈ ਹੈਡ ਮਾਸਟਰ, ਕੋਈ ਪ੍ਰਿੰਸੀਪਲ, ਕੋਈ ਲੈਕਚਰਾਰ ਤੇ ਇਤਿਹਾਦਕ ਲੈ ਕਰਕੇ ਜਾਣੀ ਚੰਗੇ ਪਦਾਂ ਦੇ ਸੀ। ਉਹਨਾਂ ਨੂੰ ਇਹ ਕਹਿਣਾ ਪਿਆ ਵੀ ਸੱਚੀ ਬਾਤ ਇਹ ਹੈ ਕਿ ਇਸ ਵਿਸ਼ੇ ਦੇ ਵਿੱਚ ਆ ਕੇ ਜਿਹੜੇ ਅਸੀਂ ਜਨਤਾ ਨੂੰ ਪੜ੍ਹਾਇਆ, ਅਸੀਂ ਪਹਿਲੀ ਕਲਾਸ ਦੇ ਸਿਖਿਆਰਥੀ ਹੋ ਕਰਕੇ ਬੈਠੇ ਹਾਂ। ਤਾਂ ਇੱਥੇ ਤਾਂ ਗੁਟਕੇ ਦੀਆਂ 5 ਪੌੜੀਆਂ ਪੜ੍ਹ ਕੇ ਆਪ ਨੂੰ ਮਹਾਨ ਕੋਸ਼ ਦਾ ਗਿਆਤਾ ਗਿਆਨੀ ਗਿਆਨ ਸੋ ਸਮਝਦੇ ਹੈ। ਅਸੀਂ ਇਹ ਵੇਖਣਾ ਵਿਗਿਆਨ ਕਰੋ। ਮੈਂ ਕਿਸੇ ਗੁਰਬਾਣੀ ਨੂੰ ਨਹੀਂ ਮੰਨਦਾ। ਜਦੋਂ ਗੁਰਬਾਣੀ ਮੇਰੇ ਵਿਗਿਆਨ ਤੇ ਚੜ ਜਾਂਦੀ ਹੈ, ਉਹਦਾ ਵਿਚਾਰ ਕਰਦਾ ਤਾਂ ਫਿਰ ਉਸੇ ਨੂੰ ਮੈਂ ਕੋੜ ਕੋੜ ਪ੍ਰਣਾਮ ਸਲਾਮ ਕਰਦਾ ਵੀ ਇਹਦਾ ਆ ਮਹੱਤ ਹੈ। ਇੱਥੇ ਢਕੇ ਰੁਮਾਲਿਆਂ ਜੀ ਐਂ ਕਰਕੇ ਓਏ ਭਲਿਓ ਖੋਜੋ। ਇਹ ਐਡਾ ਵਿਗਿਆਨ ਭਰਿਆ ਗ੍ਰੰਥ ਹੈ ਤੇ ਤੁਹਾਡੇ ਪੱਲੇ ਕੁਛ ਵੀ ਨਹੀਂ ਗਾ। ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਕਿਸੇ ਨੂੰ ਸਮਝਾ ਨਹੀਂ ਸਕਦੇ ਔਰ ਕਿਸੇ ਨੂੰ ਜਾਣ ਨਹੀਂ ਸਕਦੇ, ਨਾ ਜਾਣਦੇ।
ਹਟਾਓ ਆਪਣੀ ਮਹਿਮਾ, ਜਾਣੋ ਕਿ ਤਤ ਪਦ ਦੇ ਵਾਚ ਅਰਥ ਨੂੰ ਕੌਣ ਬੋਲਦੇ ਹੋ ਕੀ ਹੈ। ਤੇ ਤੂੰ ਪਦ ਦੇ ਵਾਚ ਅਰਥ ਦਾ ਕੀ ਸਰੂਪ ਹੈ। ਅੰਤ ਨੂੰ ਇਹ ਆਖੇਗੇ, ਗ੍ਰੰਥਾਂ ਚੋਂ ਪੜ੍ਹ ਕੇ ਤੁਸੀਂ ਕਹਿ ਦਿਓਗੇ। ਇਹ ਸੰਤ ਪਿੰਡਰਾਂ ਵਾਲੇ ਗਿਆਨੀ ਕਰਤਾਰ ਸਿੰਘ ਜੀ ਨੇ ਇੱਕ ਲਿਖੀ ਸੀ ਪੁਸਤਕ ਮੈਂ ਨਾ ਕਿ ਉਹਦੇ ਤੇ 1200-1300 ਉਹਦਾ ਪੇਜ ਸੀ ਤੇ ਜਪਜੀ ਸਾਹਿਬ, ਰਹਿ ਰਾਸ ਤੇ ਕੀਰਤਨ ਸੋਲਾ, ਇਹਨਾਂ ਦਾ ਉਹਨਾਂ ਨੇ ਅਰਥ ਕੀਤਾ ਸੀ। ਵੀ ਇੰਨਾ ਵਿਸਤੀਰਣ ਅਰਥ ਤਾਂ ਹੀ ਕੀਤਾ ਸੀ ਕਿ ਉਹ ਬੁੱਧੀਮਾਨ ਪੁਰਸ਼ ਸੀਗੇ। ਤਾਂ ਉਹ ਤਾਂ ਸਾਡੇ ਇੱਥੇ ਮੁਕਤਸਰ ਦੇ ਵਿੱਚ ਧੜਾ ਪੋਥੀਆਂ 25 ਰੁਪਏ ਦੀ ਦਿੰਦੇ ਸੀ। ਉਸ ਕਾਲ ਵਿੱਚ 25 ਰੁਪਏ ਉਹਦੀ ਲਾਗਤ ਸੀ, ਮੁਨਾਫਾ ਨਹੀਂ ਲੈਂਦੇ ਸੀ। ਤੇ ਲੋਕਾਂ ਨੇ ਧੜਾ ਪੋਥੀਆਂ ਖਰੀਦੀਆਂ ਘਰਾਂ 'ਚ। ਤੇ ਉਸ ਤੋਂ ਉਪਰੰਤ ਜਿਨ੍ਹਾਂ ਘਰਾਂ ਦੇ ਵਿੱਚ ਕੋਈ ਘਰ ਭਾਵਾਂ ਐਸਾ ਹੋਵੇ ਜਿਹਦੇ ਘਰੇ ਪੋਥੀ ਨਹੀਂ, ਤਾਂ ਜ਼ਿਆਦੇ ਲੋਕਾਂ ਦੇ ਘਰਾਂ ਦੇ ਵਿੱਚ ਉਹ ਪੋਥੀ ਹੈ। ਤੇ ਕੋਈ ਅੱਜ ਤੱਕ ਚਰਚਾ ਵਾਰਤਾ ਨੇ ਉਸ ਪੋਥੀ ਬਾਰੇ ਕਰਦਾ ਸੁਣਿਆ ਵੀ ਉਹਦੇ 'ਚ ਕੀ ਲਿਖਿਆ, ਜੀ ਉਹਦਾ ਕੀ ਮਹਾਤਮ ਹੈ। ਬਸ ਉਹਨੂੰ ਵੀ ਉੱਚੇ ਥਾਂ ਰੱਖਤਾ, ਅਲਮਾਰੀ ਬਣਾ ਕੇ ਤੇ ਦਰਸ਼ਨ ਕਰਕੇ ਰੁਮਾਲ 'ਚ ਵਲੇਟੇ ਦੀ ਉਹ ਰੱਖੀ ਪਈ। ਇਸ ਤੇ ਵਿਚਾਰ ਆਇਆ ਤੇ ਕੋਈ ਚੰਗਾ ਸੇਠ ਸੀ ਤੇ ਉਹਦੇ ਅੰਚਰ ਸਨ ਮਨੀਮ। ਉਹਨੇ ਚਿੱਠੀਆਂ ਲਿਖੀਆਂ, ਬਈ ਐਂ ਕਰੋ ਕਿ ਸਰਸੋਂ ਦਾ ਭਾਅ ਬੜਾ ਤੇਜ਼ ਹੋਣ ਵਾਲਾ ਤੇ ਦੋਨੋਂ ਆਪਣੇ ਸਟਾਕ ਜਿਹੜੇ ਕੋਠੇ ਆ ਸਰਸੋਂ ਖਰੀਦ ਕੇ ਉਹ ਭਰ ਕੇ ਰੱਖ ਲਓ। ਇੱਕ ਮਲੀਮ ਨੇ ਆਖਿਆ, ਵੀ ਸੇਠ ਜੀ ਦਾ ਹੁਕਮ ਹੈ ਤੇ ਖਰੀਦੋ। ਮੰਡੀ 'ਚ ਬੋਲੀਆਂ ਲਵਾ ਕੇ ਉਹਨੇ ਕੋਠਾ ਭਰ ਕੇ ਸਰੋਂ ਦੀਆਂ ਬੋਰੀਆਂ ਦਾ ਰੱਖ ਲਿਆ। ਤੇ ਦੂਜੇ ਨੇ ਉਹ ਸੇਠ ਜੀ ਦੀ ਚਿੱਠੀ ਨੂੰ ਹੀ ਵੇਖ ਛੱਡਿਆ ਕਰੇ, ਮੇਰੇ ਸੇਠ ਜੀ ਦੀ ਚਿੱਠੀ ਹੈ, ਲਮਾਰੀ 'ਚ ਰੱਖਤੀ, ਧੂਪ ਜਗਾ ਕੇ ਦੇ ਦਿਆ ਕਰੇ। ਤੇ ਸੇਠ ਨੇ ਜਦੋਂ ਮਾਰਿਆ ਗੇੜਾ ਤਾਂ ਉਹਨੇ ਆਖਿਆ, ਵੀ ਮਹਾਰਾਜ ਆਓ, ਆ ਸਾਰਾ ਕੋਠਾ ਸਰੋਂ ਦੀਆਂ ਬੋਰੀਆਂ ਭਰੀਆਂ ਪਈਆਂ। ਚਲੋ ਦੂਜੇ ਕੋਲੇ ਗਏ, ਦੂਜੇ ਸ਼ਹਿਰ, ਬਈ ਤੇਰਾ। ਉਹ ਆਦਾ ਜੀ ਮੈਂ ਨਾ ਤੁਹਾਡੀ ਚਿੱਠੀ ਮਿਲੀ ਹੈ ਤੇ ਆਹ ਵੇਖ ਲੋ ਅਲਮਾਰੀ 'ਚ ਪਈ ਹੈ, ਦੇਸੀ ਘਿਓ ਦੀ ਜੋਤ ਕਰ ਦਿੰਨਾ ਤੇ ਕ੍ਰਿਸ਼ਨਾ ਧੂਪ ਦੀ ਧੂਪ ਦੇ ਦਿੰਨਾ ਤੇ ਮਹਾਰਾਜ ਮੈਂ ਬਹੁਤ ਖੁਸ਼ ਹਾਂ। ਉਹਨੇ ਆਖਿਆ, ਵੀ ਐਸੇ ਵੇਲੇ ਤੂੰ ਮੇਰਾ ਮਨੀਮ ਨਹੀਂ ਤੇ ਐਸੇ ਵੇਲੇ ਹਿਸਾਬ ਕਿਤਾਬ ਕਰਕੇ ਲੈਣਾ ਦੇਣਾ ਲਾ ਕੇ ਭੱਜ ਜਾ ਕਰਨਾ। ਇਹ ਇਸੇ ਤਰ੍ਹਾਂ ਗੁਰਬਾਣੀ ਗੁਰੂਆਂ ਨੇ ਭੇਜੀ ਹੈ। ਕੁਛ ਤਾਂ ਗੁਰਬਾਣੀ ਨੂੰ ਰੁਮਾਲਿਆਂ 'ਚ ਬੱਧੀ ਵੇਖ ਕੇ ਖੁਸ਼ ਹੈ। ਇਹ ਗੁਰੂਆਂ ਦੀ ਬਾਣੀ ਹੈ। ਫੇਰ ਹਟ ਕੇ ਪ੍ਰਣਾਮ ਕਰਤਾ। ਕਈ ਗੋਡਿਆਂ ਭਾਰ ਕਰਦੇ ਆ, ਕਈ ਢਿੱਡ ਭਾਰ ਕਰਦੇ ਆ ਤੇ ਕਈ ਐਸੇ ਹੈ ਉਹਨਾਂ ਨੇ ਗੁਰਬਾਣੀ ਨੂੰ ਟਟੋਲਿਆ ਰੋਲਿਆ ਵੀ ਇਹ ਕੀ ਆਦੀ ਹੈ। ਉਹ ਜਿਹੜੇ ਕੁਛ ਆਦੇ ਸੀ ਉਸ ਰਸਤੇ ਪੈ ਗਏ, ਉਸ ਰਸਤੇ ਪੈ ਗਏ ਤੇ ਉਹ ਸੰਤ ਨੂੰ ਥੋੜਾ ਬਹੁਤਾ ਟੱਚ ਕੀਤਾ ਪਰੋਕਸ਼ ਰੂਪ ਚ। ਔਰ ਪਰੋਕਸ਼ ਰੂਪ ਚ ਜਾਣਿਆ ਤੇ ਉਹ ਸੇਠ ਵਾਲੀ ਗੱਲ ਇਹਨਾਂ ਸਾਡੇ ਲੋਕਾਂ ਦੀ ਹੈ। ਇੱਕ ਤਾਂ ਰੁਮਾਲੇ ਵੇਖ ਕੇ ਖੁਸ਼ ਹੈ ਤੇ ਇੱਕ ਹੈ ਜਿਹੜੇ ਉਹ ਵਿਚਾਰ ਵੇਖ ਕੇ ਖੁਸ਼ ਹੈ। ਜਿਹੜੇ ਵਿਚਾਰ ਵੇਖ ਕੇ ਖੁਸ਼ ਹੈ ਉਹ ਜੀਵਨ ਮੁਕਤ ਵੀ ਹੋ ਜਾਣਗੇ ਤੇ ਬਦੇ ਮੁਕਤ ਵੀ ਹੋ ਜਾਣਗੇ। ਅੱਗੇ ਲਈ ਉਹਨਾਂ ਦਾ ਜੰਮਣ ਔਰ ਮਰਨ ਸਭ ਨਸ਼ਟ ਹੋ ਜਾਏਗਾ। ਤਾਂ ਨਾ ਕੋਈ ਜਨਮੇਗਾ
ਨਾ ਕੋਈ ਮਰੇਗਾ। ਤੇ ਜਿਹੜੇ ਰਮਾਲਿਆਂ 'ਚ ਬੰਨ ਕੇ ਸੇਠ ਅੱਗੋਂ ਮਲੀਮ ਵਾਂਗੂ ਬੈਠੇ ਆ, ਤਾਂ ਇਹ ਅੱਗੇ ਤਿਆਰ ਰਹਿਣ ਵੀ ਪਹਿਲਾਂ ਕਿਹੜੇ ਜਮਨ ਨੂੰ ਸਵੀਕਾਰ ਕਰਤਾ। ਇਹ ਵੀ ਲੋਕਾਂ ਦਾ ਭੁਲੇਖਾ ਹੈ। ਇਹ ਗੁਰੂਆਂ ਦੇ ਬਾਣੀ ਨੇ, ਗੁਰੂਆਂ ਨੇ ਦੱਸਣਾ ਸੀ ਵੀ ਇਹ ਆਦਮੀ ਐਂ ਜਜਾਈ ਬੈਠੇ ਆ, ਮੰਦਰਾਂ ਵਾਲੇ, ਗੁਰਦੁਆਰਿਆਂ ਵਾਲੇ, ਮਸੀਤਾਂ ਵਾਲੇ, ਇਤਿਹਾਸਕ ਲੈ ਕੇ ਵੱਡਿਆਂ ਵੱਡਿਆਂ ਡੇਰਿਆਂ ਵਾਲੇ, ਵੀ ਇਹਦੇ ਚੋਂ ਬੰਦੇ ਨੂੰ ਕੱਢਣਗੇ ਤੇ ਦੂਜੇ ਸਰੀਰ 'ਚ ਇਹਨੂੰ ਧੱਕ ਦੇਣਗੇ। ਪੱਲਿਓ, ਇਸ ਭੁਲੇਖੇ 'ਚ ਨਾ ਰਹਿ ਜਾਣਾ। ਇਹ ਤੁਸੀਂ ਆਪਣੀ ਉਤਪਤੀ ਜਾਣ ਲਈ ਤਾਂ ਤੁਸੀਂ ਘਾਬਰ ਜਾਓਗੇ ਕਿ ਮਨੁੱਖਾ ਸਰੀਰ ਕਿਵੇਂ ਬਣਦਾ ਹੈ। ਤੇ ਤੁਸੀਂ ਪੁਲਿਸ ਵਾਲੇ ਵੇਹਨੇ ਆ, ਉਹ ਗੰਦਿਆਂ ਬੰਦਿਆਂ ਨੂੰ ਫੜ ਕੇ ਕਦੇ ਬਾਜ਼ਾਰ ਵਿੱਚ ਦੀ ਇੱਧਰ ਲੈ ਗਏ ਤੇ ਕਦੇ ਇੱਧਰ ਲੈ ਗਏ, ਅਦਾਲਤ ਦੇ ਮੂਹਰੇ ਕਰਤੇ। ਅਦਾਲਤ ਨੇ ਆਖਤਾ ਇਹਨੂੰ 20 ਸਾਲ ਦੀ ਕੈਦ ਤੇ ਇਹਨੂੰ ਉਮਰ ਭਰ ਦੀ ਕੈਦ, ਤੇ ਜਾ ਕੇ ਜੇਲ੍ਹ 'ਚ ਛੱਡ ਦਿੰਦੇ ਆ। ਤੇ ਇਹਨਾਂ ਨੂੰ ਇਉਂ ਆ ਵੀ ਸਾਨੂੰ ਐ ਕਿਸੇ ਬੰਦੇ ਦੇ ਸਰੀਰ 'ਚ ਧੱਕ ਦੇਣਗੇ। ਇਹ ਭੁਲੇਖਾ ਕੱਢ ਦਿਓ। ਪੁੱਛੋ ਆਪਣੇ ਆਪਣੇ ਗੁਰੂਆਂ ਤੋਂ, ਜਿਨ੍ਹਾਂ ਨੂੰ ਤਨ ਮਨ ਧਨ ਦੇਈ ਬੈਠੇ ਆ, ਮਨੁੱਖ ਸਰੀਰ ਦੀ ਪੈਦਾਇਸ਼ ਕਹਾਂ ਹੁੰਦੀ ਹੈ, ਕਿੱਥੋਂ ਚੱਲਦਾ। ਜੇ ਇਹਨਾਂ ਨੇ ਨਾ ਦੱਸ ਸਕੇ, ਮੈਨੂੰ ਕਈ ਕਹਿੰਦੇ ਇਹ ਤੁਸੀਂ ਦੱਸ ਦਿਓ ਜੀ। ਵੀ ਅਸੀਂ ਸਰੀਕਰਾਂ 'ਚ ਹੋ ਕੇ ਤੇ ਕਿਵੇਂ ਦੱਸਦੇ। ਅਸੀਂ ਇਹਨਾਂ ਲੋਕਾਂ ਨੂੰ ਦੱਸਦੇ ਹਾਂ ਕਿ ਜਿਹੜੇ ਲੋਕ ਇਹ ਪੁੱਛਣ ਆਉਂਦੇ ਆ ਔਰ ਸਰਵਣ ਕਰਨ ਆਉਂਦੇ ਆ, ਇਹ ਉਹਨਾਂ ਨੂੰ ਹੀ ਦੱਸਦੇ ਆ। ਅਗਰ ਇਹਦੇ 'ਚੋਂ ਕੋਈ ਹੋਰ ਵੀ ਫਾਇਦਾ ਲੈ ਜਾਂਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਗਾ। ਇਸ ਵਾਸਤੇ ਵੇਖਣਾ ਵੀ ਬਾਣੀ ਦੇ ਵਿੱਚ ਤਤ ਪਦ ਦਾ ਵਾਚਾਰਥ ਹੈ ਜਿਹੜਾ ਇਹ ਕੀ ਹੈ, ਤੇ ਤਤ ਤੁਮ ਦੀ ਏਕਤਾ ਇਹ ਕਰਨੀ ਆਉਂਦੀ ਹੈ ਕਿ ਨਹੀਂ। ਤਤ ਪਦਾਰਥ ਦਾ ਵਾਚ ਅਰਥ ਤੇ ਤੂੰ ਪਦਾਰਥ ਦਾ ਵਾਚ ਅਰਥ ਨੂੰ ਦੋ ਭਾਗ ਦਿੱਤੇ ਪਏ ਆ। ਜਨਤਾ ਨੇ, ਧਰਮੀਆਂ ਨੇ, ਸੰਤਾਂ ਨੇ। ਉਹ ਤਤਵ ਦੇ ਪੁਰਸ਼ ਜਿਹੜੇ ਉਹਨਾਂ ਨੇ ਕਿਹਾ, ਉਹ ਨਾਨਕ ਦੀ ਬਾਣੀ ਦੇ ਵਿੱਚ ਆਉਂਦਾ ਕਿ ਇੱਕ ਅਸੀਂ ਤੋਂ ਕਹਿੰਦੇ ਆ, ਬਾਣੀ ਇੱਕ ਕਹਿੰਦੀ ਹੈ। ਇਹਨਾਂ ਨੂੰ ਪੁੱਛੋ ਵੀ ਬਾਣੀ ਕਿਹਨੂੰ ਇੱਕ ਆਦੀ ਹੈ। ਇਹ ਪਰਮਾਤਮਾ ਨੂੰ ਆਦੀ ਹੈ। ਤੈਨੂੰ ਕਿਵੇਂ ਪਤਾ ਵੀ ਪਰਮਾਤਮਾ ਨੂੰ ਆਦੀ ਹੈ। ਕਿਸੇ ਨਾਂ ਲੈ ਕੇ ਅਸੀਂ ਕਿਸੇ ਨੂੰ ਆਵਾਜ਼ ਮਾਰਦੇ ਹਾਂ ਤਾਂ ਉਹ ਜਾਣ ਜਾਂਦਾ ਵੀ ਮੈਨੂੰ ਆਖਿਆ। ਜਿਵੇਂ ਲੋਕ ਸਰੀਰ ਧਾਰੀ ਨਾਮ ਬੋਲੇ ਤੋਂ ਜਾਣ ਜਾਂਦੇ ਆ ਵੀ ਮੈਨੂੰ ਬੁਲਾਇਆ, ਉਹ ਬੁਲਾਉਣ ਵਾਲੇ ਨੂੰ ਆਦਾ ਹਾਂਜੀ ਭਾਈ ਜੀ ਦੱਸੋ ਕੀ ਬਾਤ ਹੈ। ਤੇ ਜੇ ਤਾਂ ਤੁਸੀਂ ਨਾਂ ਲੈਣੇ ਆ, ਤੁਹਾਨੂੰ ਇਹ ਪਤਾ ਵੀ ਉਹ ਜਾਣ ਜਾਂਦਾ ਤੇ ਤੁਸੀਂ ਜਾਣ ਜਾਂਦੇ, ਕਿਹਨੂੰ ਆਨੇ ਆ। ਕਿਸੇ ਨੂੰ ਨਾਂ ਲੈਣੇ ਆ, ਵਾਹਿਗੁਰੂ ਕਿਹਨੂੰ ਆਨੇ ਆ, ਹਰਿਓਮ ਕਿਹਨੂੰ ਆਨੇ ਆ, ਸਤਨਾਮ ਕਿਹਨੂੰ ਆਨੇ ਆ। ਤਾਂ ਜਿਹੜੇ ਨੂੰ ਤੁਸੀਂ ਸਤਨਾਮ ਕਹਿ ਕੇ ਬੋਲਦੇ ਆ, ਉਹ ਤੁਹਾਡੀ ਬੋਲੀ ਨੂੰ ਸੁਣ ਕੇ ਇਹ ਕਹਿ ਦਿੰਦਾ ਵੀ ਹਾਂ 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 ਠੀਕ ਹੈ ਮੈਂ ਆਉਂਗਾ। ਕਦੇ ਤੁਹਾਡੇ ਨਾਲ ਵਾਅਦਾ, ਕਦੇ ਇਕਰਾਰ ਕੀਤਾ ਹੋਵੇ ਤਾਂ ਇਹਨਾਂ ਨੇ ਬਿਨਾਂ ਵਾਅਦੇ ਤੋਂ ਹੀ ਬਣਾਤਾ। ਉਹ ਬੱਸਿਆਂ ਨੂੰ ਪਰਮਾਤਮਾ ਆਉਂਦਾ, ਨਾਲੋ ਤਲਾ ਚ ਮੁਕਤ ਹੋ ਜਾਓਗੇ, ਪੁੰਨਿਆਂ ਨੂੰ ਵੀ ਆਉਂਦਾ। ਓ ਯਾਰ ਆਚਰਜ ਹੈ, ਅੱਗੇ ਪਿੱਛੇ ਪਰਮਾਤਮਾ ਕਿੱਥੇ ਰਹਿੰਦਾ। ਤਾਂ ਇੱਥੋਂ ਇਹ ਵੇਖਿਓ
ਵੀ ਟੀਵੀ ਦੇ ਚੈਨਲ ਲੋਕਾਂ ਦੇ ਚੱਲੇ ਹੋਏ ਐ। ਮਾਈ ਭਾਈ ਜਿਹੜੀ ਸਾਗ ਬਣਾਉਣ ਜਾਣਦੇ ਉਹ ਵੀ ਆਪਣੀ ਜਿਹੜਾ ਚੈਨਲ ਤੇ ਪਾਉਂਦੀ ਹੈ, ਬਣਾ ਕੇ ਉਹ ਪਾ ਦਿੰਦੀ ਹੈ ਕਿ ਆਦੇ ਮੁੰਡੇ ਜਾਣਦੇ ਮੈਂ ਪਰ ਭੁੱਲ ਵੀ ਜਾਣਾ। ਉਹ ਦੂਰਦਰਸ਼ਨ ਤੇ ਪਾਉਂਦੀ ਚੰਗੀ ਰੋਟੀ ਪਕਵਾਨ ਬਣਾਉਣਾ ਉਹਦਾ ਪਾਉਂਦੀ ਪਾਵੇ ਉਹਨਾਂ ਦੀ ਉਦਾਰਤਾ। ਤੋ ਮੈਂ ਕਹਿਣਾ ਵੀ ਸਿੱਖ ਭਾਈ ਪੰਥ ਵਾਲੇ ਆ, ਤੁਸੀਂ ਵੀ ਆਪਣੇ ਵਿਧਾਂਤ ਤੇ ਪਾਓ। ਸੰਤ ਗੁਰਬਚਨ ਸਿੰਘ, ਸੰਤ ਸੁੰਦਰ ਸਿੰਘ, ਸੰਤ ਇੰਦਰ ਸਿੰਘ, ਸੰਤ ਕਰਤਾਰ ਸਿੰਘ, ਇਹ ਸਾਰੇ ਵਿਧਾਂਤੀ ਸੰਤ ਸੀ ਤੇ ਤੁਸੀਂ ਇਹਨਾਂ ਦੇ ਸਥਾਨਾਂ ਤੇ ਬਹਿ ਕੇ ਅੰਸ਼ਾਂ ਭੋਗ ਰਹੇ ਆ ਕਿ ਨਹੀਂ? ਤਾਂ ਭੋਗ ਰਹੇ ਆ। ਤਾਂ ਜਿਹੜੀ ਉਹ ਵਿਚਾਰ ਪਾਉਂਦੇ ਸੀ ਤਤ ਪਦਾਰਥ ਤੇ ਤੂੰ ਪਦਾਰਥ ਦਾ ਸੋਧਨ, ਪੜੋ ਸੰਤ ਕਰਤਾਰ ਸਿੰਘ ਦੀ ਵਿਆਖਿਆ ਦਿੱਤੀ ਹੋਈ ਪੋਥੀ, ਤੁਸੀਂ ਵਿਚਾਰੀ ਹੈ ਕਿ ਨਹੀਂ? ਤਤ ਪਦਾਰਥ ਦਾ ਕੀ ਮਾਇਨਾ ਤੇ ਤੂੰ ਪਦਾਰਥ ਦਾ ਕੀ ਮਾਇਨਾ, ਤੇ ਉਹਨਾਂ ਦੋਵਾਂ ਦੇ ਵਾਚਾਰਥ ਨੂੰ ਕੀ ਬੋਲਦੇ ਆ ਤੇ ਲਕਸ਼ ਅਰਥ ਦਾ ਕੀ ਸਰੂਪ ਹੈ, ਜਾਣਿਆ ਕਿ ਨਹੀਂ ਜਾਣਿਆ? ਅਜੇ ਉਹ ਢੇਰੇਦਾਰਾਂ ਨੂੰ ਤੁਸੀਂ ਕੀ ਆਖਣਾ? ਉਹ ਤੁਹਾਡੇ ਨਾਲੋਂ ਲੋਕਾਂ ਨੂੰ ਬੁੱਧੂ ਝਾੜੇ ਬਣਾ ਕੇ ਇਸੇ ਬਾਣੀ ਦੀਆਂ ਜਿਹਨੂੰ ਤੁਸੀਂ ਰੁਮਾਲਿਆਂ ਦੇ ਵਲੇਟੇ ਨੂੰ ਹੀ ਸਲਾਮਾਂ ਕਰਦੇ ਆ, ਇਸੇ ਦੀਆਂ 2-2 ਪੰਗਤੀਆਂ ਲੈ ਕੇ ਉਹ ਅੱਜ 2.5-3 ਲੱਖ ਨੂੰ ਬੁੱਧੂ ਬਣਾਈ ਬੈਠੇ ਆ। ਥੋਥੋਂ ਬੁੱਧੂ ਵੀ ਨਹੀਂ ਬਣੇ ਤੇ ਬੁੱਧੂ ਵੀ ਨਹੀਂ ਬਣੇ। ਅੱਛਾ, ਐਡਾ ਵੱਡਾ ਦਰਸ਼ਨ ਤੁਹਾਡੇ ਪਾਸ ਹੈ ਤੇ ਤੁਸੀਂ ਖੁਦ ਨਹੀਂ ਜਾਣਿਆ। ਓਏ ਜਾਣੋ, ਇਸੇ ਤੇ ਜ਼ੋਰ ਹੈ। ਤਾਂ ਤਤ ਪਦਾਰਥ ਦਾ ਵਾਚਾਰਥ ਨੂੰ ਕੀ ਬੋਲਦੇ ਆ? ਇੱਥੇ ਫੰਕਸ਼ਨ ਹੁੰਦੇ, ਹਰੇਕ ਦਾ ਫੰਕਸ਼ਨ ਹੋ ਰਿਹਾ, ਵਿਚਾਰ ਕਰ ਰਹੇ, ਕੁੜੀਆਂ ਨ੍ਰਿਤ ਕਰ ਰਹੀਆਂ, ਗਾਣਿਆਂ ਤੇ ਡਾਂਸ ਕਰ ਰਹੀਆਂ, ਨਾਨਾ ਪ੍ਰਕਾਰ ਦੇ ਸੁਣਾਈ ਜਾਂਦੇ। ਕੋਈ ਐਸਾ ਕੋਈ ਨਹੀਂ ਗਾ ਕਿ ਜਿਹਦੀ ਕੋਈ ਮਹਿਫਲਾਂ ਨਹੀਂ ਲੱਗਦੀਆਂ ਅਥਵਾ ਜਿਨ੍ਹਾਂ ਦੀਆਂ ਗੋਸ਼ਟੀਆਂ ਨਹੀਂ ਹੁੰਦੀਆਂ। ਇੱਕ ਇਹ ਹੀ ਹੈ ਕਿ ਦੇਸ਼ ਦੁਨੀਆ ਦੇ ਵਿੱਚ ਕਿਤੇ ਸੱਤ ਨੂੰ ਵਿਚਾਰਨ ਦੀ ਤੇ ਝੂਠ ਨੂੰ ਵਿਚਾਰਨ ਦੀ ਕਿਤੇ ਗੋਸ਼ਟੀ ਨਹੀਂ ਹੁੰਦੀ। ਗੁਰਦੁਆਰਿਆਂ 'ਚ ਗੋਸ਼ਟੀ ਹੁੰਦੀ। ਮੈਂ ਇੱਕ ਵਾਰੀ ਗਿਆ, ਮੈਨੂੰ ਚਿੱਠੀ ਆ ਗਈ ਜੀ ਆਓ ਪਾਠ ਬੋਧ ਸਮਾਗਮ ਤੇ। ਉਹ ਮੈਂ ਨਹੀਂ ਬੋਧ ਸਮਾਗਮ ਤੇ ਜਾਂਦਾ। ਕਿਉਂ? ਪਾਠ ਹੀ ਸੁਣਾਉਣੇ। ਪਾਠ ਤਾਂ ਜਿਹੜੇ ਪੰਜਾਬੀ ਪੜ੍ਹੇ ਸਾਰੇ ਜਾਣਦੇ। ਤੁਹਾਡੀ ਗੋਸ਼ਟੀ ਹੋਈ ਪਾਠ ਦੀਆਂ ਪੋਥੀਆਂ ਰਖਾਤੀਆਂ ਮੂਹਰੇ। ਕਿਤੇ ਸੱਤ ਦਾ ਚਿੰਤਨ ਮੰਨਣ ਲਈ ਇੰਨੇ ਨੇ ਧਨੇ ਪੁਰਸ਼ ਇਹ ਕਰਨ ਆਯੋਜਨ ਵੀ ਸੰਤ ਲੋਕੋ ਆਵੋ ਇਕੱਠੇ ਹੋ ਕੇ ਇਹ ਵਿਖਾਓ, ਇਹ ਲੋਕਾਂ ਨੂੰ ਦੱਸੋ ਕਿ ਸੱਤ ਕਿਸ ਵਸਤੂ ਦਾ ਨਾਮ ਹੈ, ਉਹਦੀ ਉਪਲਬਧੀ ਹੈ ਕਿ ਨਹੀਂ, ਜੇ ਹੈ ਤਾਂ ਕਿਵੇਂ ਹੈ, ਕਿ ਸੱਤ ਉਹ ਵਸਤੂ ਨੂੰ ਜਣਾਓ ਕਿ ਜਿਹਨੂੰ ਜਾਣਨੇ ਸੇ ਸਾਰਾ ਕੁਝ ਅਧਿਆਸਤ ਹੋ ਜਾਂਦਾ ਹੈ। ਛੱਪੜ ਦਾ ਪਾਣੀ, ਤਲਾਅ ਦਾ ਪਾਣੀ, ਨਾਲਿਆਂ ਦਾ ਗੰਦਾ ਪਾਣੀ ਅਤੇ ਆਦਿਕ ਲੈ ਕੇ ਨਹਿਰਾਂ ਦਾ ਸੂਇਆਂ ਦਾ ਪਾਣੀ ਜਿਸ ਸਮੁੰਦਰ ਦੇ ਵਿੱਚ ਪੈ ਕੇ ਆਪਣੇ ਸਾਰੇ ਰੂਪ ਗਵਾ ਦਿੰਦਾ, ਕੇਵਲ ਇੱਕ ਪਾਣੀ ਪਾਣੀ ਰਹਿ ਜਾਂਦਾ ਹੈ। ਉਸ ਸੱਤ ਨੂੰ ਜਾਣਿਆ ਜਿਹਦੇ ਚ ਜਾਗਰਤ ਦਾ ਪ੍ਰਪੰਚ ਅਧਿਆਸਤ, ਸੁਪਨ ਦਾ ਪ੍ਰਪੰਚ ਅਧਿਆਸਤ, ਤਾਂ ਇਤਿਆਦਿਕ ਲੈ ਕਰਕੇ ਇੱਕ ਉਹ ਵਾਸਤਵਿਕ ਅਖੰਡ ਸੱਤ ਹੈ ਜਿਹਦੇ ਵਿੱਚ ਈਸ਼ਵਰ ਅਧਿਆਸਤ, ਜਿਹਦੇ ਵਿੱਚ ਹਿਰਣਗਰਭ ਅਧਿਆਸਤ, ਜਿਹਦੇ ਵਿੱਚ ਵਿਰਾਟ ਅਧਿਆਸਤ, ਜਿਹਦੇ ਵਿੱਚ ਵਿਸਵ ਤੇਜਸ ਪ੍ਰਗ ਅਧਿਆਸਤ, ਜਿਹਦੇ ਵਿੱਚ ਜਾਗਰਤ ਤੇ ਸੁਪਨ ਤੇ ਸੁਖੋਪ ਤੇ ਅਧਿਆਸਤ ਹੋ ਜਾਂਦੇ ਆ ਤੇ ਕੇਵਲ ਸੱਤ ਸੱਤ ਰਹਿ ਜਾਂਦਾ ਹੈ। ਉਸ ਸੱਤ ਨੂੰ ਕਦੇ ਛੂਇਆ ਕਿ ਨਹੀਂ ਛੂਇਆ? ਤੇ ਕੌਡੀ ਪਾਉਣੇ ਆ, ਜਿਵੇਂ ਕੌਡੀ ਪਾਉਣ ਵਾਲੇ ਕਬੱਡੀ ਕਬੱਡੀ ਕਬੱਡੀ, ਉਹ ਕਿਸੇ ਕਬੱਡੀ ਵਾਲੇ ਨੂੰ ਹੱਥ ਵੀ ਲਾਇਆ ਕਿ ਨਹੀਂ ਅਜੇ ਤੀਕ?
ਤੇ ਤੁਸੀਂ ਇਹ ਹੋਈ ਸਤਨਾਮ 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 ਵਾਹਿਗੁਰੂ ਕੌਡੀਆਂ ਪਾਉਨੇ ਆ, ਉਹਦੇ ਨੂੰ ਛੂਇਆ ਟੱਚ ਕੀਤਾ ਕਿ ਨਹੀਂ ਅਜੇ ਤੱਕ ਕੀਤਾ? ਤੇ ਇਹ ਨਿਕਲੇਗਾ ਤੁਹਾਡੀ ਢਿੱਲ ਹੈ। ਤੁਹਾਡੇ ਕੋਲੇ ਐਡੀ ਵੱਡੀ ਗੁਰਬਾਣੀ ਜਿਹੜੀ ਹਰ ਚੀਜ਼ ਦਾ ਸਮਾਧਾਨ ਹੈ, ਤੇ ਤੁਹਾਡੇ ਕੋਲੇ ਕਿਸੇ ਨਹੀਂ ਕਿਉਂ ਨਹੀਂ ਗਾ ਕਿ ਤੁਸੀਂ ਖੋਜਦੇ ਨਹੀਂ ਗਏ। ਬਾਣੀ ਨੂੰ ਵਿਖਾ ਕੇ ਧਨ ਇਕੱਠਾ ਕਰਨਾ ਚਾਹੁੰਦੇ, ਬਾਣੀ ਨੂੰ ਪ੍ਰਕਾਸ਼ ਕਰਕੇ ਗਿਆਨ ਇਕੱਠਾ ਨਹੀਂ ਕਰਦੇ। ਜੇ ਗਿਆਨ ਕਰੋ ਤਾਂ ਇਹ ਉਹ ਗਿਆਨ ਪਹੁੰਚਾਉਂਦੇ ਜਿਸ ਗਿਆਨ ਦੀ ਮੈਂ ਪਰੋਕਸ਼ ਰੂਪ ਸੇ ਚਰਚਾ ਕੀਤੀ। ਤੇ ਜਿਹੜੇ ਸਾਡੇ ਸੱਜਣ ਬੈਠੇ ਆ ਇਹ ਬਹੁਤ ਹੀ ਜਾਣਦੇ ਆ ਤੇ ਕੁਛ ਨਹੀਂ ਜਾਣਦੇ, ਉਹ ਵੀ ਜਾਣਨ ਦਾ ਪ੍ਰਯਾਸ ਕਰਦੇ ਆ। ਤੇ ਤੁਸੀਂ ਇਹ ਜਾਣਦੇ ਆ ਵੀ ਇੰਨੀਆਂ ਬਾਣੀਆਂ ਪੀਤੀਆਂ, ਇੰਨੀਆਂ ਬਾਣੀਆਂ ਪੜ੍ਹ ਲਈਆਂ। ਬਾਣੀ ਨੇ ਕੀ ਆਖਿਆ? ਬਾਣੀ ਕਹਿੰਦੀ ਹੈ ਤੁਸੀਂ ਬਾਣੀ ਕਿਵੇਂ ਪੜ੍ਹਦੇ? ਫਲਾਣੇ ਦੇ ਘਰੇ ਪਾਠ ਧਰਿਆ, ਪਾਠ ਪੜਿਆ, ਕਾਹਦੇ ਲਈ ਪੜਿਆ ਸੀ ਇਹ ਤਾਂ ਤੈਨੂੰ ਪਤਾ। ਤਾਂ ਉਹ ਪੜਿਆ ਸੀ ਪੈਸਿਆਂ ਲਈ। ਉਹਨਾਂ ਨੇ ਨਾਨਕ ਜੀ ਨੇ ਇਹ ਕਿਹਾ ਵੀ ਇਹ ਕੰਮ ਸਫਲ ਨਹੀਂ ਹੋਣੇ ਵਾਲਾ। ਇਹ ਪੰਜ ਜਿਹੜੇ ਹੈ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦੇ ਨਾਲੋਂ ਤੁਹਾਡਾ ਗੌਣੀ ਰੂਪ ਤਾਲਕ ਹੋਇਆ ਕਿ ਨਹੀਂ, ਕਿ ਸੱਤ ਰੂਪ ਹੈ ਇਹ ਬਤਾਓ। ਤਾਂ ਇਹਦਾ ਇਹ ਆਏਗਾ ਕਿ ਪੜਨ ਦੇ ਨਾਲ ਕੁਛ ਨਹੀਂ ਹੋਣੇ ਵਾਲਾ। ਕਿਆ ਪੜੀਆਂ, ਕਿਆ ਗੁਣੀਆਂ, ਕਿਆ ਵੇਦ ਪੁਰਾਣ ਸੁਣੀਆਂ, ਪੜੇ ਸੁਣੇ ਕਿਆ ਹੋਈ? ਅਸੀਂ ਦੇਖੀਏ, ਅਸੀਂ ਵੀ ਲੋਕਾਂ ਦੇ ਜਾਣ ਪੁਣੇ ਚ ਤੂੰ ਫਲਾਣਾ ਦੇ ਘਰੇ ਇੰਨੇ ਪੰਨੇ ਤੋਂ ਚੱਕ ਲਈ, ਤੂੰ ਫਲਾਣਿਆਂ ਦੇ ਘਰੇ ਕੀਤਾ, ਤੂੰ ਇੰਨੇ ਤੋਂ ਪਾਠ ਕਰ ਲਈ। ਉਹ ਅਸੀਂ ਪਾਠ ਕਰਦੇ ਤੇ ਸਾਡੇ ਬੌਸ ਸੀ ਜਿਹੜੇ ਉਹ ਧਨ ਚੱਕਦੇ। ਜਿੰਨਾ ਚਿਰ ਗੁਰੂਆਂ ਦਾ ਗਿਆਨ ਦਰਸ਼ਨ ਨਹੀਂ ਹੋਇਆ ਉਹਨਾਂ ਚਿਰ ਅਸੀਂ ਨਹੀਂ ਆਏ ਸੀ। ਸਾਰੇ ਭੁੱਲੇ ਆ, ਸਭ ਸਿੱਧੇ ਮਾਰਗ ਪੈ ਸਕਦੇ ਅਗਰ ਜੇ ਚਾਹਣ। ਤਾਂ ਇੱਥੇ ਇਹ ਆਉਂਦਾ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਜੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟਿਆ। ਇਹ ਪੰਜਾਂ ਚੋਂ ਸੰਗ ਛੁੱਟਿਆ ਕਿ ਨਹੀਂ? ਤਾਂ ਲੋਕਾਂ ਨੇ ਅੱਧੇ ਵਿਚਾਰੇ ਬਾਣੀ ਵਾਲੇ ਆਦੇ ਕਿ ਕੰਮ ਕਰੋ ਤੇ ਲੋਭ ਮੋਹ ਤੋਂ ਛੁੱਟਿਆ ਕਿ ਨਹੀਂ? ਉਹ ਨਹੀਂ, ਸ਼ਬਦ ਸਪਰਸ਼ ਰੂਪ ਰਸ ਗੰਧ ਹੈ ਜਗਾ। ਇਹ ਪੰਜੇ ਵਿਸ਼ੇ ਤੈਨੂੰ ਬੰਨੀ ਬੈਠੇ, ਇਹਦਾ ਫੈਟਾ ਤੁਸੀਂ ਨਹੀਂ ਕੱਟ ਸਕੇ ਸਿੱਖ ਪੰਥ। ਤੇ ਨਿਰੰਕਾਰੀ ਦੋ ਪੰਗਤੀਆਂ ਦਾ ਫਾਇਦਾ ਕੱਟ ਕੇ ਤੇ ਕਰੋੜਾਂ ਰੁਪਏ ਇਕੱਠੇ ਕਰਦੇ ਆ। ਕਦੋਂ ਕਰਦੇ ਆ? ਕਿ ਜਦੋਂ 1 ਸਾਲ ਦੇ ਵਿੱਚ ਦਿੱਲੀ ਸਮਾਗਮ ਕਰਦੇ। ਇਹ ਜਿਹੜੀ ਬਾਣੀ ਚੋਂ ਤੁਸੀਂ ਨੇ ਜਾਣਿਆ ਉਹ ਸੁਣਾਉਂਦੇ ਲੋਕਾਂ ਨੂੰ। ਅਖੇ ਨਾਲ ਹੋ ਬੰਦਾ ਲੈ ਨਾ ਸਕੰਦਾ, ਸੁਹਾਉ ਨ ਜਾਣੇ ਭਰਮ ਧੜਾ, ਕਹ ਨਾਨਕ ਗੁਰ ਬਿਨ ਨਹੀਂ ਸੋਚੈ, ਹਰ ਸਾਜਣ ਸਭ ਕੇ ਨਿਕਟ ਖੜਾ। ਤੁਸੀਂ ਤਾਂ ਇਹ ਵੀ ਨਹੀਂ ਦੱਸ ਸਕੇ ਕਿਸੇ ਨੂੰ। ਤੁਹਾਡੇ ਗੁਰਬਾਣੀ ਚੋਂ 2 ਪੰਗਤੀਆਂ ਲੈ ਕੇ ਤੇ ਉਹਨਾਂ ਦੇ ਨਾਲ 4-5 ਲੱਖ ਚੇਲਾ ਤੁਹਾਡੀਆਂ 2 ਪੰਗਤੀਆਂ ਨਾਲ ਉਹਨਾਂ ਨੇ ਜੋੜ ਲਿਆ ਤੇ ਤੁਹਾਡੇ ਕੋਲੇ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਇਹ ਨਹੀਂ ਨਾਲ ਜੋੜਦੇ ਬਈ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਤੇ ਜਿਹੜੇ ਗੁਰਦੁਆਰੇ ਜਾਂਦੇ ਆ, ਨਹਾਉਂਦੇ ਆ, ਕੋਈ 10 ਰੁਪਈਆਂ ਦਾ ਪ੍ਰਸ਼ਾਦ ਕਰਦੇ ਆ, ਉਹ ਗੁਰੂ ਵਾਲੇ ਹੈ ਤਾਂ ਜਾਂਦੇ ਆ ਕਿ ਹੋਰ ਐਵੇਂ ਜਾਂਦੇ ਆ? ਤੁਸੀਂ ਕਿਹੜੇ ਗੁਰੂ ਵਾਲੇ ਬਣਾਉਣੇ? ਇਹ ਗੁਰੂ ਵਾਲੇ ਬਣੋ, ਗੁਰੂ ਵਾਲੇ ਬਣੋ। ਕਿਉਂਕਿ ਇਹ ਆਪ ਦੀ ਡੌਂਡੀ ਪਿੱਟਦੇ ਆ ਵੀ ਇਹਨਾਂ ਨੂੰ ਛੱਡੇ। ਹੁਣ ਗਰੁੱਪ ਪਰਸੋਂ ਮੀਟਿੰਗ ਕਰਦਾ ਸੀ, ਅਸੀਂ ਜੀ ਸਿੱਖੀ ਦਾ ਪ੍ਰਚਾਰ ਕਰਾਂਗੇ, ਪਿੰਡਾਂ 'ਚ ਜਾਵਾਂਗੇ, ਟਮਾਣਿਆਂ 'ਚ ਜਾਵਾਂਗੇ। ਤੇ ਨਾਨਕ ਜੀ ਨੇ ਸਿੱਖੀ ਦਾ ਪ੍ਰਚਾਰ ਬਾਣੀ 'ਚ ਹੈ? ਵਿਖਾਓ ਕਿੱਥੇ ਪੜ੍ਹ ਕੇ। ਸਾਡਾ 9883866646 ਨੰਬਰ ਤੇ ਕਰੋ ਫੋਨ ਵੀ ਆ ਸਿੱਖੀ 'ਚ ਕਿੱਥੇ ਹੈ ਸਿੱਖਿਆ ਦਾ।
ਬਣ ਅੰਮ੍ਰਿਤ ਦਾ। ਨਾਨਕ ਜੀ ਨੇ ਜਿਹੜੀ ਗੱਲ ਕਹੀ ਉਹਨੂੰ ਪਕੜੋ। ਨਾਨਕ ਜੀ ਨੇ ਕਿਹਾ ਕਿ ਸਿੱਖੀ ਕੀ ਹੈ? ਸਿੱਖੀ ਦਾ ਪ੍ਰਚਾਰ ਕਰਾਂਗੇ ਜੀ। ਸਿੱਖੀ ਦਾ ਤੁਹਾਨੂੰ ਪਤਾ ਹੀ ਨਹੀਂ। ਸਿੱਖੀ ਸਿੱਖਿਆ ਗੁਰੂ ਜੀ ਦੀ ਜਿਹੜੀ ਬਾਣੀ 'ਚ ਸਿੱਖਿਆ ਹੈ, ਉਸ ਸਿੱਖਿਆ ਨੂੰ ਸਿੱਖ ਲੈਣਾ, ਜਾਣ ਲੈਣਾ ਹੀ ਸਿੱਖੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਨਾਮ ਬਾਣੀ 'ਚ ਚੇਤਨ ਦਾ। ਉਹ ਚੇਤਨ ਦੇ ਵਿਚਾਰ ਕਰਕੇ ਉਹਨੂੰ ਜਾਣ ਲਓ। ਉਹ ਚੇਤਨ ਕੌਣ ਹੈ? ਉਹ ਚੇਤਨ ਕਿਆ ਹੈ? ਤਾਂ ਉਹ ਚੇਤਨ ਬਾਰੇ ਤੁਹਾਨੂੰ ਦੱਸਦੇ ਆ। ਮੈਂ ਸਤ ਚਿਤ ਆਨੰਦ ਅਬਨਾਸੀ ਹੂੰ, ਮੈਂ ਆਤਮ ਪ੍ਰਕਾ ਵਾਸੀ ਹੂੰ, ਨਹੀਂ ਮਾਤ ਪਿਤਾ ਕਾ ਜਾਇਆ ਹੂੰ, नहीं जन्म तार मैं आया। मैं सत चित आनंद अविनाशी हूँ, मैं आत्म गुर का वासी हूँ, नहीं मात पिता का जाया हूँ, नहीं जन्म तार मैं आया हूँ। मैं सत चित आनंद अविनाशी हूँ, मैं आत्म गुर का वासी हूँ, नहीं मात पिता का जाया हूँ, नहीं जन्म तार मैं आया हूँ।